तिग। गुरु प्यारी साध संगत जी, वो इलाही मौका आ चुका है कि हजूर छानशाह स्टेज ते जल्दी ही विराजमान हो रहे ने। मैं आज संगत जिन्हां पास मोबाइल फोन ने उन्होंने फिर बेनती करा कि वो अपने मोबाइल फोन स्विच ऑफ कर लैन। सत्संग के दौरान बाणी स्वामी जी महाराज महिमा शब्द स्वरूप सतगुर की बचन नौवां शब्द पहला। धन 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 प्यारे क्या कहूँ महिमा शब्द की। धन 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 प्यारे क्या कहूँ महिमा शब्द की। ये बाणी स्वामी जी महाराज दी है। स्वामी जी महाराज फरमा रहे हैं, तन 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 प्यारे क्या कहूँ महिमा शब्द की। शब्द की महिमा असी कह नहीं सकते। शब्द विच बहुत बड़ी ताकत है। बाणी च गुरु साहब जी फरमाते हैं, शब्दों धरती शब्दों काश, शब्दों शब्द पिया प्रकाश, सगली सृष्ट शब्द के पाशे, नानक शब्द कट कट आशे। असी शब्द की महिमा नूं की जान सकते हैं कि शब्द की है। शब्द विच बहुत बड़ी ताकत है। जिन्हां देखिया है उन्हां बाणी च दस दिता है कि शब्द के जरिए ही जमीन बनी है और शब्द के जरिए आकाश है और शब्द का ही सारा प्रकाश है। फिर हर एक इंसान के अंदर दसिया है, हर एक बंदे के अंदर शब्द की ताकत है। असी उस शब्द की महिमा नूं कह नहीं सकते, कुछ नहीं कह सकते। जिन्हां महापुरखों ने कमाई की है, मेहनत की है, उन्होंने पता उस शब्द का। अगे स्वामी जी महाराज फरमाते हैं, हाँ जी, धन 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 प्यारे क्या कहूँ महिमा शब्द की। जो परिचय हैं शब्द से सो जाने महिमा शब्द की। गुरु साहब जी बड़े प्यार दे नाल फरमा रहे हैं, जो परिचय है शब्द से। जो लफ्ज़ जड़ा एक मुश्तरका लफ्ज़ है, ये विच गरीब मीर इस्त्री पुरुष सब विच आ सकते हैं। जेड़े भाई शब्द की कमाई कर सकते हैं, जिन्हें दिन रात मेहनत की है, उन्होंने पता कि शब्द की है, उन्होंने पता कि शब्द की ताकत की है। शब्द सब कुछ कर सकता है। कई बार दसिया कि सैना भगत पातशाह का नौकर सी। सुबह सुबह पातशाह नूं तैयार करके कचहरी भेजदा सी। एक दिन शहर दे विच साधुआं दी मंडली आई। वो शब्द बाणी पढ़ते सन। सैना भी उन्हां दे विच जाके शब्द पढ़न लग पिया। इतना शब्द दे विच मस्त हो गया, इतनी मस्ती आ गई उहदे विच कि पातशाह दी नौकरी भुल गई।
ਭੁੱਲ ਗਿਆ ਕਿ ਮੈਂ ਨੌਕਰ ਜਾਂ ਪਾਤਸ਼ਾਹ ਨੂੰ ਕੁਝ ਤਿਆਰ ਕਰਕੇ ਭਜਾਉਣਾ ਸੀ। ਬਿਲਕੁਲ ਭੁੱਲ ਗਿਆ। ਖੁਦ ਕੁਦਰਤ ਨੂੰ, ਉਸ ਮਾਲਕ ਨੂੰ ਸੈਨਾ ਬਣਨਾ ਪਿਆ। ਮਾਲਕ ਨੂੰ ਸੈਨਾ ਬਣਨਾ ਪਿਆ। ਆ ਕੇ ਪਾਤਸ਼ਾਹ ਦੇ ਸਾਰੇ ਕੰਮ ਕੀਤੇ। ਪਾਤਸ਼ਾਹ ਖੁਸ਼ ਹੋ ਕੇ ਉਹਦੇ ਗਲ ਜਿਹੜੀ ਮੋਤੀਆਂ ਦੀ ਮਾਲਾ ਸੀ ਆਪਣੇ ਗਲ, ਉਸ ਦੇ ਗਲ ਪਾ ਦਿੱਤੀ। ਜਦੋਂ ਸੈਨੇ ਨੂੰ ਹੋਸ਼ ਆਈ, ਕਿਉਂਕਿ ਸ਼ਬਦ ਦੀ ਮਸਤੀ ਵਿੱਚ ਸੀ, ਜਦੋਂ ਉਹ ਸ਼ਬਦ ਸਮਾਪਤ ਹੋਏ, ਸੈਨੇ ਨੂੰ ਹੋਸ਼ ਆਈ। ਸੋਚਦਾ ਇਹ ਕੀ ਬਣਿਆ। ਮੈਂ ਤੇ ਪਾਤਸ਼ਾਹ ਨੂੰ ਜਾ ਕੇ ਤਿਆਰ ਕਰਨਾ ਸੀ, ਉਹਨਾਂ ਦਾ ਭੇਜਣ ਵਾਸਤੇ ਕਚਹਿਰੀ 'ਚ। ਮੈਂ ਅੱਜ ਗਿਆ ਨਹੀਂ, ਪਤਾ ਨਹੀਂ ਪਾਤਸ਼ਾਹ ਮੈਨੂੰ ਕੀ ਕਵੇ। ਡਰਦਾ ਡਰਦਾ ਵਿਚਾਰਾ ਗਰੀਬ ਗਿਆ। ਕਹਿਣ ਲੱਗਾ, ਮਹਾਰਾਜ ਮੈਂ ਅੱਜ ਤੁਹਾਡੀ ਸੇਵਾ ਕਰਨ ਵਾਸਤੇ ਨਹੀਂ ਆਇਆ। ਉਸਨੇ ਪਾਤਸ਼ਾਹ ਨੇ ਕਿਹਾ, ਸੈਨਿਆ ਤੈਨੂੰ ਹੋਇਆ ਕੀ ਹੈ? ਤੂੰ ਸ਼ਦਾਈ ਤੇ ਨਹੀਂ ਹੋ ਗਿਆ? ਤੂੰ ਹੁਣੇ ਮੇਰਾ ਸਾਰਾ ਕੰਮ ਕਰਕੇ ਗਿਆ। ਉਹ ਜਿਉਂ-ਜਿਉਂ ਪਾਤਸ਼ਾਹ ਕਵੇ ਤਿਉਂ ਉਹ ਡਰੇ ਵਿਚਾਰਾ। ਨਹੀਂ ਮਹਾਰਾਜ ਮੈਂ ਨਹੀਂ ਆਇਆ, ਮੇਰੀ ਤੇ ਮਿਹਰ ਕਰੋ, ਦਇਆ ਕਰੋ, ਮੈਂ ਨਹੀਂ ਆਇਆ। ਸੈਨਿਆ ਤੂੰ ਕਰਦਾ ਕੀ ਹੈ? ਤੈਨੂੰ ਹੋਸ਼ ਹੈ ਜਾਂ ਨਹੀਂ? ਤੂੰ ਅਜੇ ਹੁਣ ਸਾਰੇ ਕੰਮ ਕਰਕੇ ਗਿਆ ਹੈ, ਤੇ ਹੁਣ ਤੂੰ ਕਹਿਣਾ ਮੈਂ ਆਇਆ ਨਹੀਂ ਹੈਗਾ। ਨਹੀਂ ਮਹਾਰਾਜ ਮੈਂ ਨਹੀਂ ਆਇਆ, ਮੈਨੂੰ ਗਰੀਬ ਨੂੰ ਬਖਸ਼ੋ, ਦਇਆ ਕਰੋ ਮੇਰੇ 'ਤੇ। ਸੈਨਿਆ ਅੱਜ ਜਿਹੜੀ ਤੂੰ ਸੇਵਾ ਕੀਤੀ ਹੈ, ਮੈਂ ਇਸ ਸੇਵਾ ਦੇ ਬਹੁਤ ਖੁਸ਼ ਹਾਂ। ਮੈਂ ਬਹੁਤ ਖੁਸ਼ ਹੋਇਆ ਅਤੇ ਮੇਰੇ ਗਲ ਜਿਹੜੀ ਮੋਤੀਆਂ ਦੀ ਮਾਲਾ ਸੀ, ਸੈਨਿਆ ਮੈਂ ਤੇਰੇ ਗਲ ਪਾ ਦਿੱਤੀ। ਗਲ ਨੂੰ ਹੱਥ 'ਤੇ ਮਾਰ। ਜਦੋਂ ਹੱਥ ਗਲ ਨੂੰ ਮਾਰੇ, ਉਦੋਂ ਮੋਤੀਆਂ ਦੀ ਮਾਲਾ ਪਈ ਗਲ ਵਿੱਚ। ਚੁੱਪ ਕਰ ਗਿਆ, ਸੋਚਦਾ ਕਿ ਜਿਹਦੇ ਮੈਂ ਸ਼ਬਦ ਪੜ੍ਹ ਰਿਹਾ ਸੀ, ਜਿਹਦੇ 'ਤੇ ਮੈਂ ਮਸਤ ਹੋਇਆ ਸੀ, ਉਹੀ ਮੇਰਾ ਰੂਪ ਧਾਰ ਕੇ ਆਇਆ। ਉਹੀ ਮੇਰਾ ਰੂਪ ਧਾਰ ਕੇ ਆਇਆ ਔਰ ਪਾਤਸ਼ਾਹ ਦੀ ਸੇਵਾ ਕੀਤੀ ਹੈ। ਭਾਈ ਉਹ ਸ਼ਬਦ ਜਿਹੜਾ, ਜਿੱਥੇ ਉਹ ਸ਼ਬਦ ਪ੍ਰਗਟ ਹੋ ਜਾਂਦਾ ਹੈ, ਸ਼ਬਦ ਗੁਰੂ ਸਾਹਿਬ ਨੇ ਦੱਸਿਆ ਕਿ ਸਾਰਿਆਂ ਦੇ ਅੰਦਰ ਹੈ। ਕੋਈ ਐਸਾ ਦੁਨੀਆ ਦਾ ਬਸ਼ਰ ਨਹੀਂ ਕਿ ਜਿਹਦੇ ਅੰਦਰ ਨਹੀਂ ਸ਼ਬਦ। ਸਾਰਿਆਂ ਦੇ ਅੰਦਰ, ਇਸਤਰੀ ਪੁਰਸ਼ ਸਾਰਿਆਂ ਦੇ ਅੰਦਰ ਸ਼ਬਦ ਹੈ। ਲੇਕਿਨ ਉਸ ਨੂੰ ਪ੍ਰਗਟ ਕਰਨਾ ਜਿਹੜਾ, ਉਹ ਮਿਹਨਤ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਗੈਸ ਬਾਲ ਕੇ ਕਮਰੇ 'ਚ ਰੱਖ ਦਿਓ, ਉਹਦੇ ਉੱਤੇ 10-20 ਤੱਪੜ ਪਾ ਦਿਓ, ਉਹਦੀ ਰੋਸ਼ਨੀ ਬੰਦ ਹੋ ਜਾਂਦੀ ਹੈ। ਪਰ ਜਦੋਂ ਤੁਸੀਂ ਇੱਕ ਇੱਕ ਕਰਕੇ ਉਹਦੇ ਤੋਂ ਲਾਓਗੇ, ਉਹੀ ਰੋਸ਼ਨੀ ਜਿਹੜੀ ਬਾਹਰ ਆ ਜਾਂਦੀ ਹੈ। ਇਸੇ ਤਰ੍ਹਾਂ ਸਾਡੇ ਅੰਦਰ ਉਹ ਸ਼ਬਦ ਸਾਰਿਆਂ ਦੇ ਅੰਦਰ ਹੈ। ਕੋਈ ਐਸਾ ਨਹੀਂ ਕਿ ਜਿਹਦੇ ਅੰਦਰ ਨਹੀਂ ਹੈਗਾ, ਲੇਕਿਨ ਕੁਛ ਮਿਹਨਤ ਦੀ ਜ਼ਰੂਰਤ ਹੈ। ਸਾਡੇ ਕਰਮਾਂ ਦੇ ਤੱਪੜ ਉਹਦੇ ਉੱਤੇ ਪਏ ਹੈ। ਅਸੀਂ ਜੁਗ ਜੁਗ ਜਿੱਦਾਂ ਵੀ ਅਸੀਂ ਆਏ, ਕਰਮ ਕਰਦੇ ਆਏ, ਉਹ ਕਰਮਾਂ ਦਾ ਜੰਗਾਲ ਲੱਗਾ ਹੈਗਾ। ਜਿਹੜੇ ਦਿਨ ਰਾਤ ਮਿਹਨਤ ਕਰਦੇ ਹੈ, ਮੁਰਸ਼ਦ ਦੇ ਕਹਿਣ ਮੁਤਾਬਕ ਉਹ ਕੁਛ ਫਾਇਦਾ ਲੈ ਜਾਂਦੇ ਹੈ, ਉਸ ਰੋਸ਼ਨੀ ਨੂੰ ਪ੍ਰਗਟ ਕਰ ਲੈਂਦੇ ਹੈ ਸਾਰਿਆਂ ਦੇ ਅੰਦਰ ਹੈ। ਕੋਈ ਦੁਨੀਆ ਦਾ ਐਸਾ ਬੰਦਾ ਨਹੀਂ ਕਿ ਜਿਹਦੇ ਅੰਦਰ ਨਹੀਂ ਹੈਗੀ। ਹੁਣ ਗੁਰੂ ਸਾਹਿਬ ਨੇ ਸਾਰਿਆਂ ਦਾ ਦੱਸਿਆ। ਜ਼ਮੀਨ ਦੱਸਿਆ, ਜ਼ਮੀਨ ਵੀ ਜਿਹੜੀ ਹੈ ਇਹ ਸ਼ਬਦ ਨੇ ਬਣਾਈ ਹੈ। ਆਕਾਸ਼ ਜਿਹੜਾ ਇਹ ਵੀ ਸ਼ਬਦ ਨੇ ਬਣਾਇਆ, ਔਰ ਸਭ ਰੋਸ਼ਨੀ ਸ਼ਬਦ ਦੀ ਹੈ। ਹਰ ਇੱਕ ਜੀਵ ਦੇ ਅੰਦਰ ਉਹ ਸ਼ਬਦ ਹੈ। ਉਸ ਦੀ ਮਹਿਮਾ ਨੂੰ ਅਸੀਂ ਗਾ ਨਹੀਂ ਸਕਦੇ। ਉਸ ਦੀ ਮਹਿਮਾ ਉਹੀ ਗਾ ਸਕਦੇ ਆ, ਉਹੀ ਦੇਖ ਸਕਦੇ ਆ ਕਿ ਜਿਹੜੇ ਮਿਹਨਤ ਕਰਦੇ। ਅਗਲੀ ਤੁਕ ਦੇ ਵਿੱਚ ਫੈਸਲਾ ਕੀਤਾ ਹੈ ਸਵਾਮੀ ਜੀ ਮਹਾਰਾਜ, ਜੋ ਪਰਚੇ ਹੈ ਸ਼ਬਦ ਸੇ ਸੋ ਜਾਣੇ ਮਹਿਮਾ ਸ਼ਬਦ ਕੀ। ਜਿਹੜੇ ਸ਼ਬਦ ਦੇ ਨਾਲ ਪਰਚੇ ਹੋਏ ਹੈ, ਜਿਹੜੇ ਦਿਨ ਰਾਤ ਮਿਹਨਤ ਕਰਦੇ ਹੈ, ਉਹਨਾਂ ਨੂੰ ਪਤਾ ਹੈ ਕਿ ਸ਼ਬਦ ਦੀ ਮਹਿਮਾ ਕੀ ਹੈ ਅਤੇ ਕਿਹੜੀ ਕੁ ਤਾਕਤ ਹੈ ਸ਼ਬਦ ਦੀ। ਸਵਾਮੀ ਜੀ ਮਹਾਰਾਜ ਅੱਗੇ ਫਰਮਾਉਣਗੇ। ਹਾਂਜੀ। जो परिचय है शब्द से
सो जाने महिमा शब्द की, छिन छिन रखिया हो रही, क्या उपमा कहूँ मैं शब्द की। गुरु साहब जी बड़े प्यार दे नाल फरमा रहे है, छिन छिन रखिया हो रही, क्या उपमा करूँ मैं शब्द की। भाई वो शब्द साड़ी खिण खिण रखिया कर रहा, सानू पता नहीं, सानू समझ नहीं, लेकिन ਜਿਹੜੇ शब्द की कमाई करते है उन्होंने पता है कि शब्द की कर रहा है। साड़ी रखिया कर रहा है, सानू तोड़ फेर रहा है। एक दो पैर साढ़े ने, सारे शरीर का वजन साडा, वो दो पैरों के उत्ते असी तुरते हैं, कोई ज़्यादा नहीं। असी कोई उन्होंने कंट्रोल नहीं कर सकते। कंट्रोल करने वाली वो ताकत है शब्द। जदों बंदा किते डिग पैंदा है, कोई ना कोई वो हिस्सा जड़ा शरीर का टुट जाता है, फिर वो तुर नहीं सकता। वो तुर नहीं सकता। उस परमात्मा ने देखो कि साडा शरीर जड़ा बनाया, ये मशीनरी जड़ी बनाई है, कई बार सोचा कि है वाहिगुरू, है परमात्मा, तैनूं किदां जाच नहीं आई, किदां तूं इनू बनाया। इहदियां नाड़ां वखरियां वखरियां, वखरे वखरी सप्लाई करन वालियां चीज़ां, हर चीज़ अलग अलग बनाई तुसीं। कित्थे हो तुसीं अंदर चीज़ां ऐसियां ला दित्तियां। इंसान सोचे कि उस परमात्मा ने अंदर साडे की कुछ बनाया है, और फिर वो शब्द साडे अंदर है। साडे अंदर 24 घंटे साडे अंदर उसदी आवाज़ आ रही है। हज़रत बहू साहब ने बाणी च फरमाया है, इश्क ने सानू लिस्या जाता, बैठा अनमुहाड़ी हो, ना सोवे ना सौण देवे, जिवें बाल हरियाड़ी हो। जिस तरह कोई बच्चा रोंदा है, वो चुप नहीं करता, फिर सियाणे बंदे कहते रिहाड़ फड़ गया, इनू रो ही लैण दिओ हुण। इस तरह साढ़े अंदर भी वो शब्द आ रहा, वो शब्द आ रहा 24 घंटे, ना वो आपे सौंदा है बंद होंदा ते ना सानू सौण दिंदा है। जिहदे दरवाजे नूं कोई भाई बाहर टकोरदा रहेगा, वो अंदर किदां सौ सकता है। साढ़े शरीर के दरवाजे दो कन है जिहड़े आवाज़ सुनने वास्ते और आवाज़ देने वास्ते। ये दो कन साढ़े जिहड़े, ये दो दरवाजे है। इन्हां राहीं जदों शब्द प्रगट होंदा है, तो ये अंदर बगैर उंगलां दिते भी ये अंदर टक टक होना शुरू हो जाता। ये अंदर रंग रंग दी आवाज़ां आना शुरू हो जांदियां। उस शब्द विच बड़ी ताकत है, जो स्वामी जी महाराज बाणी च फरमा रहे हैं कि छिन छिन साड़ी रखिया कर रहा है, अंदरों बाहरों साड़ी रखिया कर रहा है, इस दुनिया ते भी रखिया कर रहा है, उस दुनिया ते भी कर रहा है। असी इहदी उपमा कर नहीं सकते। कित्थे एक जीव हुंदा है, किन्ना क जीव हुंदा दुनिया ते ज़्यादा आउंदा, फिर किड्डा वड्डा बन जांदा। वो शब्द बनाउंदा, शब्द बना रहा, जमीन नूं बना रहा, आकाश नूं भी उसने बनाया, और हर एक दे अंदर फिर बैठा है, हर एक दे अंदर बैठा है। संत यही सानू फरमाउंदे है कि वो जिहड़ा शब्द तुहाडे अंदर गुप्त है, उस नूं तुसीं प्रगट करो। उस शब्द दे नाल असी अपने देश जाना है। वो साड़ी एक किस्म की डोर है, साडा वो रस्ता है। जद तक सानू वो रस्ता नहीं मिलता, जद तक वो डोर सानू नहीं मिलती, असी अगे कदम नहीं पुट सकते, किते भी नहीं असी जा सकते। कई बार अगे भी दसिया कि जिस तरह सानू प्यास लगी है और खूह ते चला जाने असी, खूह का पानी सानू नज़र आउंदा है, लेकिन असी अपनी प्यास नहीं बुझा सकते। सिर्फ पानी नज़र आ रहा है, साढ़े पास यतन नहीं। अगर साढ़े पास कोई करमंडल होवे, कोई डोर होवे, असी उहदे विच भाईए थल्ले,
ਉਹ ਪਾਣੀ ਨੂੰ ਲੈ ਕੇ ਉੱਪਰ ਆ ਜਾਂਦਾ, ਪਾਣੀ ਨੂੰ ਲੈ ਕੇ ਉੱਪਰ ਆ ਜਾਏਗਾ ਔਰ ਸਾਡੀ ਪਿਆਸ ਬੁੱਝ ਜਾਏਗੀ। ਇਸੇ ਤਰ੍ਹਾਂ ਉਹ ਸ਼ਬਦ ਜਿਹੜਾ ਜਦ ਸਾਡੀ ਆਤਮਾ ਉਸ ਸ਼ਬਦ ਦੇ ਨਾਲ ਟੱਚ ਹੋ ਜਾਏਗੀ, ਉਹ ਸ਼ਬਦ ਸਾਨੂੰ ਖਿੱਚ ਕੇ ਉੱਪਰ ਲੈ ਜਾਏਗਾ। ਸ਼ਬਦ ਖੁੱਲੇ ਗੁਰਮੇਰ ਸੇ ਖੈਂਚੇ ਸੁਰਤ ਗੁਰੂ ਬਲਵਾਨ। ਕਹਿੰਦੇ ਉਹ ਜਿਹੜਾ ਸ਼ਬਦ ਖੁੱਲ੍ਹਣਾ ਹੈ ਉਹ ਸਤਿਗੁਰ ਦੀ ਮਿਹਰ ਦੇ ਨਾਲ, ਸਾਡੀ ਕੋਈ ਤਾਕਤ ਨਹੀਂ, ਅਸੀਂ ਕੁਛ ਨਹੀਂ ਕਰ ਸਕਦੇ। ਪਰ ਸਤਿਗੁਰ ਦੀ ਮਿਹਰ ਵੀ ਕਿਸ ਤਰ੍ਹਾਂ ਹੋਏਗੀ? ਜਦੋਂ ਅਸੀਂ ਸਤਿਗੁਰ ਦਾ ਕਹਿਣਾ ਮੰਨਾਂਗੇ, ਉਸ ਮੁਤਾਬਕ ਅਸੀਂ ਚੱਲਾਂਗੇ, ਤਾਂ ਸਾਡੇ ਅੰਦਰ ਜਿਹੜਾ ਸ਼ਬਦ ਹੈ ਉਹ ਇੱਕ ਦਿਨ ਜਾਰੀ ਹੋ ਜਾਏਗਾ, ਸਾਡੇ ਅੰਦਰ ਆਵਾਜ਼ ਆਉਣਾ ਸ਼ੁਰੂ ਹੋ ਜਾਏਗੀ। ਸ਼ਬਦ ਖੁੱਲੇ ਗੁਰਮੇਰ ਸੇ ਖੈਂਚੇ ਸੁਰਤ ਗੁਰੂ ਬਲਵਾਨ। ਸੁਰਤ ਗੁਰੂ ਬਲਵਾਨ ਜਿਹੜਾ ਉਹ ਸਾਡੀ ਸੁਰਤ ਨੂੰ ਖਿੱਚ ਕੇ ਉੱਪਰ ਲੈ ਜਾਏਗਾ, ਉਹਦੇ ਵਿੱਚ ਤਾਕਤ ਹੈ। ਕਈ ਵਾਰ ਦੱਸਿਆ ਕਿ ਤੁਲਸੀ ਸਾਹਿਬ ਜੀ ਇੱਕ ਮੇਲੇ ਵਿੱਚ ਗਏ, ਸਾਰੇ ਲੋਕਾਂ ਦੇ ਵੱਲ ਧਿਆਨ ਦਿੱਤਾ ਅਤੇ ਮਿਹਰ ਆ ਗਈ ਕਿ ਜੇ ਸਾਰੇ ਮੇਲੇ ਦੇ ਲੋਕ ਸਾਡੇ ਵੱਲ ਦੇਖਣ ਅਤੇ ਅਸੀਂ ਸਾਰਿਆਂ ਨੂੰ ਸੱਚਖੰਡ ਲੈ ਜਾਈਏ। ਲੇਕਿਨ ਕਿਸੇ ਦੇਖਿਆ ਨਹੀਂ। ਕਰਮ ਕਿੱਥੋਂ ਲਾਏ ਜੀਵ? ਕਰਮਾਂ ਦੇ ਬਿਨਾਂ ਕੁਛ ਨਹੀਂ ਹੋ ਸਕਦਾ। ਇੱਕ ਕੰਜਰੀ ਸੀ ਜਿਹੜਾ ਆਪਣਾ ਪੇਸ਼ਾ ਛੱਡ ਕੇ ਸਾਧੂਆਂ ਸੰਤਾਂ ਦੀ ਸੋਭਤ ਕਰਦੀ ਸੀ। ਉਸ ਕੰਜਰੀ ਨੇ ਨਜ਼ਰ ਭਰ ਕੇ ਦੇਖਿਆ ਅਤੇ ਦਿਲੋਂ ਮੰਨਿਆ ਕਿ ਇਹ ਬੰਦਾ ਨਹੀਂ। ਦਿਲੋਂ ਇਹ ਮੰਨਿਆ ਜਾਂ ਇਹ ਖੁਦ ਖੁਦਾ ਹੈ ਅਤੇ ਜਾਂ ਇਹ ਖੁਦਾ ਦਾ ਪਿਆਰਾ ਹੈ, ਇਹ ਆਮ ਬੰਦਾ ਨਹੀਂ। ਤੁਲਸੀ ਸਾਹਿਬ ਨੇ ਉੱਧਰ ਨਜ਼ਰ ਕੀਤੀ, ਜਿਹੜਾ ਬਾਣੀ 'ਚ ਵੀ ਲਿਖਿਆ ਨਜ਼ਰੋਂ ਨਜ਼ਰੀ ਨਿਹਾਲ। ਜਦੋਂ ਉੱਧਰ ਨਜ਼ਰ ਕੀਤੀ, ਦ੍ਰਿਸ਼ਟੀ ਪਈ, ਉਸ ਲੜਕੀ ਦੀ ਸੁਰਤ ਚੜ੍ਹ ਗਈ, ਸੁਰਤ ਉੱਪਰ ਚਲਾ ਗਈ, ਖੰਡਾਂ ਬ੍ਰਹਿਮੰਡਾਂ 'ਤੇ ਉਹ ਜ਼ਮੀਨ 'ਤੇ ਡਿੱਗ ਪਈ। ਤੁਲਸੀ ਸਾਹਿਬ ਫਰਮਾਉਂਦੇ ਹੈ ਕਿ ਸਾਡਾ ਤਾਂ ਖਿਆਲ ਹੀ ਸਾਰਾ ਮੇਲਾ ਸਾਡੇ ਵੱਲ ਤੱਕਦਾ, ਸਾਰਿਆਂ ਨੂੰ ਸੱਚਖੰਡ ਲੈ ਜਾਂਦੇ, ਲੇਕਿਨ ਕਿਸੇ ਤੱਕਿਆ ਨਹੀਂ। ਇੱਕ ਕੰਜਰੀ ਤਰੀ, ਇੱਕ ਕੰਜਰੀ ਨੇ ਦੇਖਿਆ ਔਰ ਦਿਲੋਂ ਮੰਨਿਆ ਉਸਨੇ ਕਿ ਇਹ ਰੱਬ ਦਾ ਪਿਆਰਾ ਹੈ, ਜਾਂ ਖੁਦ ਖੁਦਾ ਹੈ, ਜਾਂ ਖੁਦਾ ਦਾ ਪਿਆਰਾ ਹੈ, ਇਹ ਆਮ ਬੰਦਾ ਨਹੀਂ। ਤਾਂ ਤੁਲਸੀ ਸਾਹਿਬ ਨੇ ਵੀ ਉੱਧਰ ਯਾਦ ਕੀਤਾ, ਜਿਹਨੂੰ ਯਾਦ ਕਰੀਏ ਸੋਈ ਯਾਦ ਕਰਦਾ। ਅਗਰ ਅਸੀਂ ਉਸ ਪਰਮਾਤਮਾ ਨੂੰ ਯਾਦ ਕਰਾਂਗੇ, ਉਹ ਸਾਨੂੰ ਵੀ ਯਾਦ ਕਰੇਗਾ। ਜੇ ਅਸੀਂ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਤਾਂ ਉਹਨੂੰ ਕੀ ਜ਼ਰੂਰਤ ਪਈ ਹੈ? ਸਾਨੂੰ ਯਾਦ ਕਰਨ ਦੀ ਜ਼ਰੂਰਤ ਵੀ ਕੀ ਪਈ ਹੈ? ਨਹੀਂ, ਸਾਡਾ ਫਰਜ਼ ਹੈ ਕਿ ਅਸੀਂ ਯਾਦ ਕਰੀਏ, ਅਸੀਂ ਉਸ ਮਾਲਕ ਦੇ ਗੁਣ ਗਾਈਏ, ਅਸੀਂ ਉਹਦਾ ਧਿਆਨ ਦੇਈਏ ਉਸ ਪਾਸੇ, ਅਤੇ ਹੋ ਸਕਦਾ ਕਿਸੇ ਵੇਲੇ ਵੀ ਸਾਡਾ ਨੰਬਰ ਆ ਜਾਏਗਾ, ਉਹ ਸਾਨੂੰ ਵੀ ਯਾਦ ਕਰੇਗਾ। ਜੇ ਅਸੀਂ ਬਿਲਕੁਲ ਹੀ ਸਫਾਈ ਹੋ ਜਾਂਦੇ ਹਾਂ ਕਿ ਬਿਲਕੁਲ ਨਜ਼ਰ ਹੀ ਨਹੀਂ ਕਰਦੇ ਉੱਧਰ, ਅਸੀਂ ਕੋਈ ਉਹਦਾ ਧਿਆਨ ਹੀ ਨਹੀਂ ਧਰਦੇ, ਤਾਂ ਰੱਬ ਵੀ ਸਾਡੇ ਨਾਲ ਕੀ ਕਰੇਗਾ? ਹਜ਼ੂਰ ਕਈ ਵਾਰ ਟੀਚਰ ਦੀ ਮਿਸਾਲ ਦਿੰਦੇ ਹੁੰਦੇ ਸੀ ਕਿ ਇੱਕ ਦੋ ਲਫ਼ਜ਼ ਜੇ ਲੜਕੇ ਨੂੰ ਕੋਈ ਭੁੱਲਦਾ ਵੀ ਹੋਵੇ ਨਾ, ਤਾਂ ਟੀਚਰ ਜਿਹੜਾ ਸਿਆਣਾ ਹੈ ਉਹ ਉਹਨੂੰ ਮਾफ़ ਕਰ ਦਿੰਦਾ ਹੈ, ਉਹਨੂੰ ਪਾਸ ਕਰ ਦਿੰਦਾ ਹੈਗਾ। ਪਰ ਜੇ ਬਿਲਕੁਲ ਨਿੱਲ ਹੋਵੇ ਤਾਂ ਫਿਰ ਨਹੀਂ ਪਾਸ ਕਰਦਾ। ਇਸੇ ਤਰ੍ਹਾਂ ਸੰਤ ਮਹਾਂਪੁਰਖ ਦੁਨੀਆ 'ਤੇ ਆਉਂਦੇ ਹੈ, ਮਾੜੀ ਮੋਟੀ ਗੱਲ ਜਿਹੜੀ ਹੋਏਗੀ ਉਹ ਸਾਡੀ ਦੂਰ ਕਰ ਦਿੰਦੇ ਹੈ, ਦੂਰ ਕਰ ਦਿੰਦੇ ਹੈ। ਸਾਡੇ ਅੰਦਰ ਉਹ ਪਿਆਰ ਲਿਆ ਕੇ ਸਾਨੂੰ ਉਸ ਦੇਸ਼ ਲੈ ਜਾਂਦੇ ਹੈ ਕਿ ਜਿਹੜਾ ਦੇਸ਼ ਅਸੀਂ ਕਦੀ ਦੇਖਿਆ ਨਹੀਂ, ਜਿਸ ਤੋਂ ਅਸੀਂ ਆਏ ਹਾਂ। ਜਿਨ ਤੁਝ ਭੇਜਿਆ ਤਿਨੇ ਬੁਲਾਇਆ, ਸੁਖ ਸਹਿਜ ਛੇਤੀ ਘਰ ਆਓ। ਜਿਸ ਪਰਮਾਤਮਾ ਨੇ ਸਾਨੂੰ ਭੇਜਿਆ ਦੁਨੀਆ ਦੇ ਵਿੱਚ, ਉਹੀ ਬੁਲਾਉਣ ਵਾਸਤੇ ਆ ਜਾਂਦਾ ਹੈ। ਕਿਹਨਾਂ 'ਚ ਬੁਲਾਏਗਾ? ਸੰਤਾਂ ਮਹਾਂਪੁਰਖਾਂ ਦੇ ਵਿੱਚ ਆ ਕੇ। ਸੰਤ ਮਹਾਂਪੁਰਖ ਉੱਥੋਂ ਸ਼ਬਦ ਰੂਪ ਹੋ ਕੇ ਛੱਡ ਕੇ ਸਾਡੇ ਵਰਗਾ ਇੱਥੇ ਆ ਕੇ ਦੇਹ ਧਾਰਦੇ ਲੈਂਦੇ ਹੈ, ਮਨੁੱਖਾ ਜਨਮ ਲੈਂਦੇ ਹੈ, ਔਰ ਸਾਨੂੰ ਸਿੱਖਿਆ ਦਿੰਦੇ ਹੈ, ਸਾਨੂੰ ਉਹ ਸਮਝਾਉਂਦੇ ਹੈ, ਸਾਨੂੰ ਉਸ ਦੇਸ਼ ਦੇ ਰਾਹ ਦੱਸਦੇ ਹੈ
ਅਗਰ ਸੰਤ ਨਾ ਹੋਣ ਤੇ ਸਾਨੂੰ ਕੋਈ ਪਤਾ ਨਹੀਂ ਲੱਗਦਾ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਹਰ ਦੀਆਂ ਕਥਾ ਕਹਾਣੀਆਂ ਜਿਹੜੀਆਂ ਨੇ ਉਹ ਜਿਹੜੇ ਉਹਦੇ ਨਮੂਨੇ ਨੇ ਉਹ ਕੌਣ ਦੱਸਦਾ ਹੈ? ਮੁਰਸ਼ਿਦ ਦੱਸਦਾ ਹੈ, ਕਿਉਂਕਿ ਮੁਰਸ਼ਿਦ ਰੋਜ਼ ਦੇਖਦਾ। ਉਹ ਬਾਹਰ ਫਿਰ ਸਾਨੂੰ ਨਿਸ਼ਾਨੇ ਦੱਸਦਾ ਹੈ ਕਿ ਆਓ ਇਹ ਨਿਸ਼ਾਨੇ ਤੁਹਾਡੇ ਅੰਦਰ ਨੇ, ਆਹ ਚੀਜ਼ਾਂ ਤੁਹਾਡੇ ਅੰਦਰ ਨੇ, ਆਹ ਰੋਸ਼ਨੀਆਂ ਤੁਹਾਡੇ ਅੰਦਰ ਨੇ, ਆਹ ਜਿਹੜੀਆਂ ਬਾਹਰ ਤੁਸੀਂ ਰਾਗ ਰੰਗਣੇ ਸੁਣਦੇ ਹੋ ਉਹ ਤੁਹਾਡੇ ਅੰਦਰ ਹੋ ਰਹੀਆਂ ਨੇ। ਤੁਸੀਂ ਆਪਣੇ ਅੰਦਰ ਧਿਆਨ ਦਿਓ, ਆਪਣੇ ਅੰਦਰ ਧਿਆਨ ਦਿਓ। ਪਰ ਇੱਕ ਦਿਨ ਦਾ ਮਸਲਾ ਨਹੀਂ, ਅਸੀਂ ਰੋਜ਼ ਰੋਜ਼ ਕਰੀਏ, ਰੋਜ਼ ਕਰੀਏ, ਰੋਜ਼ ਕਰੀਏ, ਇੱਕ ਦਿਨ ਜ਼ਰੂਰ ਸਾਡੇ ਉਹ ਦਰਵਾਜ਼ੇ ਖੁੱਲ੍ਹ ਜਾਣਗੇ ਔਰ ਸਾਨੂੰ ਆਵਾਜ਼ ਆਉਣਾ ਸ਼ੁਰੂ ਹੋ ਜਾਏਗੀ। ਸਾਡੇ ਅੰਦਰ ਪਿਆਰ ਵੀ ਆ ਜਾਏਗਾ। ਜਿਹੜਾ ਫੋਕਾ ਪਿਆਰ ਹੈ ਬਿਲਕੁਲ ਦੇਖਿਆ ਹੀ ਕੁਛ ਨਹੀਂ, ਉਹਦੇ ਟੁੱਟਣ ਦਾ ਖਤਰਾ ਹੀ ਖਤਰਾ ਹੈ। ਉਸ ਪਿਆਰ ਦੇ ਟੁੱਟਣ ਦਾ ਖਤਰਾ ਹੈ। ਜਿਸ ਪਿਆਰ ਦੇ ਨਾਲ ਦੇਖ ਲਿਆ ਉਹ ਨਹੀਂ ਟੁੱਟਦਾ, ਉਹ ਨਹੀਂ ਟੁੱਟਦਾ ਕਦੇ ਵੀ, ਭਾਵੇਂ ਹਜ਼ਾਰਾਂ ਲੋਕੀ ਬਰਖਲਾਫ ਹੋ ਜਾਣ। ਕਈ ਵਾਰ ਦੱਸਿਆ ਕਿ ਨਿਜ਼ਾਮੁਦੀਨ ਹੌਲੀਏ ਦਾ ਸਿੱਖ ਮੀਰ ਖਿਸਰੋ ਸੀ। ਦੇਖੋ ਜਿਨ੍ਹਾਂ ਦੇ ਅੰਦਰ ਪਿਆਰ ਹੈ ਉਹ ਇੱਕ ਮਾਮੂਲੀ ਚੀਜ਼ ਨੂੰ ਵੀ ਕਰੋੜਾਂ ਦੀ ਉਹਦੀ ਕੀਮਤ ਪਾਉਂਦੇ ਹੈ, ਅਤੇ ਕਰੋੜਾਂ ਤੋਂ ਵੀ ਫਿਰ ਉਹ ਹਾਰਦੇ ਪਏ, ਸਾਨੂੰ ਕੀਮਤ ਨਹੀਂ ਪਾਈ ਜਾਂਦੀ। ਨਿਜ਼ਾਮੁਦੀਨ ਕੋਲ ਕੋਈ ਆਇਆ ਬੰਦਾ, ਕੋਈ ਮਾਇਆ ਦੀ ਜ਼ਰੂਰਤ ਸੀ ਉਸਨੂੰ, ਉਹਨਾਂ ਆਪਣੀ ਜੁੱਤੀ ਦੇ ਦਿੱਤੀ ਕਿ ਆਹ ਮੇਰੀ ਜੁੱਤੀ ਹੈ, ਲੈ ਜਾ, ਪੈਸੇ ਮੇਰੇ ਪਾਸ ਨਹੀਂ ਹੈਗੇ। ਜੁੱਤੀ ਲੈ ਕੇ ਤੁਰ ਪਿਆ ਉਹ। ਹੁਣ ਜੁੱਤੀ ਦੇ ਵਿੱਚੋਂ ਮਹਿਕ ਆ ਰਹੀ ਸੀ। ਜਿਸ ਪਾਸੇ ਨਿਜ਼ਾਮੁਦੀਨ ਉਹ ਜਣੇ ਮੀਰ ਖਿਸਰੋ ਆ ਰਿਹਾ ਸੀ ਉਸ ਪਾਸੇ ਦੀ ਹਵਾ ਸੀ। ਤੋ ਮੀਰ ਖਿਸਰੋ ਨੇ ਸੋਚਿਆ ਕਿ ਅੱਜ ਜਿਹੜੀ ਖੁਸ਼ੀ ਮੈਨੂੰ ਆ ਰਹੀ ਹੈ ਇਹ ਪਤਾ ਨਹੀਂ ਜਾਂ ਮੇਰਾ ਮੁਰਸ਼ਿਦ ਇੱਧਰੋਂ ਆ ਰਿਹਾ ਹੈ ਜਾਂ ਮੁਰਸ਼ਿਦ ਪਾਸੋਂ ਕੋਈ ਚੀਜ਼ ਲੈ ਕੇ ਆ ਰਿਹਾ ਹੈ। ਇਹ ਖੁਸ਼ੀ ਮੈਨੂੰ ਨਿਰਾਲੀ ਆ ਰਹੀ ਹੈ, ਇੰਨੀ ਖੁਸ਼ੀ ਕਦੇ ਆਈ ਨਹੀਂ। ਜਦੋਂ ਉਹ ਬੰਦਾ ਕੋਲੋਂ ਦੀ ਲੰਘ ਗਿਆ ਖੁਸ਼ੀ ਖਤਮ ਹੋ ਗਈ। ਪੁੱਛਿਆ ਭਾਈ ਤੂੰ ਕਿੱਥੋਂ ਆਇਆ? ਕਹਿੰਦਾ ਮੈਂ ਨਿਜ਼ਾਮੁਦੀਨ ਹੌਲੀਏ ਦੇ ਪਾਸੋਂ ਆਇਆ। ਕੁਛ ਲਿਆਇਆ? ਹਾਂ ਇਹ ਜੁੱਤੀ ਦਿੱਤੀ ਹੈ ਉਹਨੇ, ਟੁੱਟੇ ਛੇਤਰ ਨੇ, ਤੂੰ ਵੇਚਣੇ ਜੇ? ਕਹਿੰਦੇ ਮੈਂ ਦੇ ਹੀ ਦੇਣੇ, ਮੈਂ ਕੀ ਕਰਨੇ ਆ। ਉਹਨੂੰ ਕਦਰ ਨਹੀਂ ਸੀ। ਮੀਰ ਖਿਸਰੋ ਨੇ 60 ਊਠੇ ਲੱਦੇ, ਇੱਕ ਊਠ ਰੱਖਿਆ ਆਪਣੇ ਸਮਾਨ ਵਾਸਤੇ, ਇੱਕ ਘੱਟ 60 ਊਠ ਉਹ ਟੁੱਟੇ ਛੇਤਰਾਂ ਦੇ ਬਦਲੇ ਦੇ ਦਿੱਤੇ। ਮੀਰ ਖਿਸਰੋ ਨੂੰ ਪਤਾ ਸੀ ਵੀ ਇਹ ਛੇਤਰ ਜਿਹੜੇ ਹੈ, ਇਹ ਜੁੱਤੀ ਜਿਹੜੀ ਹੈ ਇਹਦੇ 'ਚ ਕੋਈ ਰਾਜ ਹੈ, ਇਹਦੇ 'ਚ ਕੋਈ ਰਾਜ ਹੈ, ਇਹ ਬੜੀ ਕੀਮਤ ਦੀ ਹੈ। ਸਾਰੀ ਕੀਮਤ ਦੇ ਦਿੱਤੀ, ਸਾਰੇ ਊਠ ਦੇ ਦਿੱਤੇ। ਤੁਸੀਂ ਸੋਚ ਕਰੋ ਕਿ ਇੱਕ ਘੱਟ 60 ਊਠ ਲੱਦੇ ਲਦਾਏ ਦੇ ਦਿੱਤੇ, ਕਿਤਨੀ ਕੀਮਤ ਹੁੰਦੀ ਹੈ। ਅਤੇ ਜੁੱਤੀ ਦੀ ਕਿਤਨੀ ਕੀਮਤ ਸੀ। ਜਦੋਂ ਜਾ ਕੇ ਮੁਰਸ਼ਿਦ ਦੇ ਅੱਗੇ ਸੱਟੀ ਰੱਖੀ, ਪੁੱਛਿਆ ਮੁਰਸ਼ਿਦ ਨੇ ਕਿ ਕਿੰਨੇ ਦੀ ਲਿਆਂਦੀ ਹੈ? ਕਹਿਣ ਲੱਗਾ ਜੀ ਇੱਕ ਊਠ ਰੱਖਿਆ, 60 ਊਠ ਹੈ ਮੇਰੇ ਪਾਸ, मैं एक का 60 दे देते हैं। मुर्शद ने किया फिर तू बड़ी सस्ती ले आया, बड़ी सस्ती ले आया, जुत्ती बड़ी महंगी सी, ਜਿਹੜਾ ਥੋੜ੍ਹਾ ਬਹੁਤਾ ਵਿੱਚ ਹੈ ਸੀ ਅੰਦਰ ਵੀ ਅਸੀਂ ਮੈਂ ਬੜਾ ਜ਼ਿਆਦਾ ਕੀਮਤ ਦੇ ਕੇ ਲੈ ਚਲਿਆ, ਉਹ ਸਾਰੀ ਉਹਦੀ ਫੇਲ ਹੋ ਗਈ। ਦਿਲੋਂ ਸੋਚਿਆ ਕਿ ਵਾਕਿਆ ਹੀ ਮੁਰਸ਼ਿਦ ਨੇ ਮੰਨਿਆ ਨਹੀਂ, ਪਤਾ ਨਹੀਂ ਕਿੰਨੀ ਕੀਮਤ ਦੀ ਹੈਗੀ ਹੈ। ਤੋ ਹਮੇਸ਼ਾ ਵਾਸਤੇ ਮੁਰਸ਼ਿਦ ਇਹੋ ਹੀ ਕਹਿੰਦਾ ਹੈ ਕਿ ਕੋਈ ਵੀ ਸਿੱਖ ਕੋਈ ਕੰਮ ਕਰਦਾ ਹੈ ਉਹ ਮਾਣ ਨਾ ਕਰੇ। ਜਦੋਂ ਮਾਣ ਕਰੇਗਾ ਉਹਦਾ ਕੰਮ ਜਿਹੜਾ ਫੇਲ ਹੈ, ਉਸ ਕੰਮ 'ਚ ਕੋਈ ਫਾਇਦਾ ਨਹੀਂ। ਮਾਣ ਕਰੇ ਤਾਂ ਉਸ ਪਰਮਾਤਮਾ ਦਾ ਮਾਣ ਕਰੇ, ਚੀਜ਼ ਦਾ ਮਾਣ ਨਾ ਕਰੇ। ਸੋ ਇੱਕ ਜੁੱਤੀ ਪਿੱਛੇ, ਕਿਉਂਕਿ ਉਹਨੂੰ ਪਛਾਣ ਸੀ, ਵਾਕਫੀ ਸੀ, ਇੱਕ ਜੁੱਤੀ ਦੇ ਪਿੱਛੇ तमाम जितनी जायदाद सारी दे देती।
ਇਸੇ ਤਰ੍ਹਾਂ ਸਵਾਮੀ ਜੀ ਮਹਾਰਾਜ ਬਾਣੀ 'ਚ ਫਰਮਾ ਰਹੇ ਹੈ ਕਿ ਅਸੀਂ ਸ਼ਬਦ ਦੀ ਮਹਿਮਾ ਕੀ ਕਰੀਏ। ਸਾਨੂੰ ਪਤਾ ਨਹੀਂ ਲੱਗਦਾ ਕਿ ਸ਼ਬਦ ਦੇ ਵਿੱਚ ਤਾਕਤ ਕਿਤਨੀ ਹੈ। ਅਸੀਂ ਕੁਝ ਨਹੀਂ ਕਹਿ ਸਕਦੇ, ਅਸੀਂ ਕੋਈ ਉਹਦੀ ਮਹਿਮਾ ਨਹੀਂ ਕਰ ਸਕਦੇ, ਉਹਦਾ ਅੰਦਾਜ਼ਾ ਕੋਈ ਨਹੀਂ ਕੀ ਮਹਿਮਾ ਕਰੇਗਾ। ਬਾਣੀ 'ਚ ਦੱਸਿਆ ਹੈ ਕਿ ਸ਼ਬਦੋ ਧਰਤੀ ਸ਼ਬਦੋ ਕਾਸ਼, ਸ਼ਬਦੋ ਸ਼ਬਦ ਪਿਆ ਪ੍ਰਕਾਸ਼, ਸਗਲੀ ਸ੍ਰਿਸ਼ਟ ਸ਼ਬਦ ਕੇ ਪਾਸ਼ੇ, ਨਾਨਕ ਸ਼ਬਦ ਘਟ ਘਟ ਆਸ਼ੇ। ਕਿਤਨੇ ਘਟ ਨੇ, ਕਿਤਨੇ ਇਨਸਾਨ ਨੇ, ਸ਼ਬਦ ਸਾਰਿਆਂ ਵਿੱਚ ਹੈ, ਸ਼ਬਦ ਸਾਰਿਆਂ ਵਿੱਚ ਹੈ। ਉਹ ਤਾਕਤ ਜਿਹੜੀ ਹੈ ਸ਼ਮਾਨ ਨੂੰ ਵੀ ਥੰਮਿਆ ਹੈਗਾ। ਇਸ ਜ਼ਮੀਨ ਦੇ ਥੱਲੇ ਸਾਰਾ ਪਾਣੀ ਹੈ, ਇਸ ਜ਼ਮੀਨ ਨੂੰ ਵੀ ਥੰਮਿਆ ਹੈਗਾ ਸ਼ਬਦ ਨੇ। ਉਸ ਦੀ ਤਾਕਤ ਨੂੰ ਅਸੀਂ ਕੁਛ ਨਹੀਂ ਕਹਿ ਸਕਦੇ। ਸਵਾਮੀ ਜੀ ਮਹਾਰਾਜ ਫਰਮਾਉਂਦੇ ਹੈ ਕਿ ਅਸੀਂ ਕੋਈ ਉਹਦਾ ਅੰਦਾਜ਼ਾ ਨਹੀਂ ਲਾ ਸਕਦੇ। ਹਾਂਜੀ। ਛਿਨ ਛਿਨ ਰੱਖਿਆ ਹੋ ਰਹੀ, क्या उपमा कहूँ मैं शब्द की, बिन शब्द फिरे परमातिया, नहीं जानी गत मत शब्द की। गुरु साहब जी बड़े प्यार दे नाल फरमा रहे हैं कि बगैर शब्द दे जीव ਐਵੇਂ फिर रहा है। उन्हें शब्द की गत मत जानी नहीं कि शब्द की चीज़ है और साढ़े अंदर है। अगर असी उन्हों प्रगट कर लईए तो असी भी उस ताकत नूं पा लेंदे हैं, उस ताकत के बदले हो सकते हैं, क्योंकि शब्द की ताकत बहुत बड़ी है। संत यही कहते हैं कि भाई अंदर ध्यान दिओ, जिन्हों तुसीं बाहर लभदे हो तुहाडे अंदर हैगा, जिन्हों जंगलों 'च जाके लभदे हो वो तुहाडे अंदर है, जिन्हों तीर्थां 'ते जाके लभदे हो उस तुहाडे अंदर है। वो जद भी मिलेगा अंदरों मिलेगा, बाहरों नहीं मिलेगा। बाणी 'च भी गुरु साहब फरमाउंदे है, अंदर में सब कुछ माही, बाहर ढूंढे सो परों पलाई, कि सब कुछ ऐ पुरुष तेरे अंदर है। तू जो कुछ बाहर ढूंढदा सिर्फ भरम है, तैनूं बाहरों कोई नहीं लभना। हजूर कई बार फरमाउंदे हुंदे सी, किसी दी सूई घर गवाची, वो बिजली के खंभे थले चला गया, उत्थे लभण लग पिया। कोई सियाणा कोलों दी लंघिया, उन्हें पुछया भाई तू की लभदा इत्थे? कहंदे मेरी सूई गवाची है। कित्थे गवाची है? घर गवाची है। इत्थे क्यों लभदा है? कहता इत्थे रोशनी है। मैं आख्या शायद इत्थों लभ जाएगी, तैनूं सारी जिंदगी ला दे इत्थों नहीं लभेगी, घर जाके रोशनी कर और लभ लै। सो मिसाल साड़ी है कि असी जाके बाहर जंगलों 'च जाके, पहाड़ों ते जाके, तीर्थां ते जाके उस चीज़ नूं लभदे हैं, लेकिन वो लभनी नहीं, वो साडे अंदर हैगी है। अंदर दा अभ्यास कोई करेगा तो वाकया ही उसनूं लभ जाएगी, उसनूं पता लग जाएगा कि साडे अंदर हैगा और की इहदे विच ताकत हैगी है। हाँ जी। बिन शब्द फिरे परमातिया, नहीं जानी गत मत शब्द की, जिन गुर पाया शब्द का, और प्रीत करी जिन शब्द की। गुरु साहब जी बड़े प्यार दे नाल फरमा रहे हैं, जिन जिन लफ्ज़ जड़ा ये भी मुश्तरका है। जिन गुर पाया शब्द का, जिसनों शब्द रूपी गुरु मिल गया, कोई उस शब्द का अभ्यास करने वाला महापुरख मिल गया, भाई वो इस शब्द नूं जानदा है, बाकी नहीं असी जानते। उसनूं पता लगेगा, वो जानकारी उन्होंने मिल जाएगी, वो शब्द की हैगा और की कर सकता है।
ਕਈ ਵਾਰ ਅੱਗੇ ਵੀ ਦੱਸਿਆ ਕਿ ਨਾਮਦੇਵ ਮਹਾਰਾਜ ਜੀ ਭਜਨ ਬੈਠੇ ਸੀ ਕਿਤੇ, ਉਹਨਾਂ ਦੀ ਝੌਂਪੜੀ ਨੂੰ ਅੱਗ ਲੱਗੀ। ਕਿਸੇ ਨੇ ਜਾ ਕੇ ਦੱਸਿਆ, ਨਾਮਦੇਵ ਉਹ ਤੇਰਾ ਮਕਾਨ ਸੜ ਗਿਆ, ਅੱਗ ਲੱਗੀ ਹੈ। ਨਾਮਦੇਵ ਨੇ ਕਿਹਾ ਮੇਰਾ ਤਾਂ ਮਕਾਨ ਹੀ ਨਹੀਂ, ਜੇ ਤਾਂ ਮਕਾਨ ਹੋਏਗਾ ਸੜਿਆ ਹੋਏਗਾ, ਮੇਰਾ ਤਾਂ ਹੈ ਹੀ ਨਹੀਂ। ਆ ਕੇ ਦੇਖਿਆ, ਕੁਛ ਲੋਕਾਂ ਨੇ ਖਿੱਚ ਧਰੂ ਕਰਕੇ ਸਮਾਨ ਬਾਹਰ ਕੱਢਿਆ। ਸੋਚਦਾ ਹੈ ਪ੍ਰਭੂ, ਜਦੋਂ ਮੇਰਾ ਮਕਾਨ ਨਹੀਂ ਰਿਹਾ ਤੇ ਮੈਂ ਸਮਾਨ ਕਿੱਥੇ ਰੱਖਾਂਗਾ। ਚੁੱਕਿਆ ਸਮਾਨ ਬਲਦੀ ਅੱਗ 'ਚ ਸੁੱਟ ਦਿੱਤਾ। ਜੇ ਮੇਰੀ ਝੌਂਪੜੀ ਬਣ ਜਾਏਗੀ ਤੇ ਸਮਾਨ ਵੀ ਮਿਲ ਜਾਏਗਾ। ਉਹ ਸਾਰਾ ਚੁੱਕ ਕੇ ਬਲਦੀ ਅੱਗ 'ਚ ਸੁੱਟ ਦਿੱਤਾ। ਆਪ ਚਲਾ ਗਏ ਬਾਹਰ, ਕਿਸੇ ਦਰਖਤ ਥੱਲੇ ਜਾ ਕੇ ਭਜਨ ਬੈਠ ਗਏ। ਉਸ ਪਰਮਾਤਮਾ ਨੂੰ ਸਾਡੀ ਸ਼ਰਮ ਹੈ, ਪਰ ਜੇ ਅਸੀਂ ਉਹਦੇ 'ਤੇ ਹੋ ਰਹੀਏ ਤਦ। ਉਹ ਖੁਦ ਮਾਲਕ ਆਇਆ, ਉਹਦਾ ਛਣ ਜਿਹੜੀ ਸੜੀ ਸੋਹਣੀ ਕਰਕੇ ਬੰਨ੍ਹ ਦਿੱਤੀ, ਬਹੁਤ ਅੱਛੀ ਕਰਕੇ ਬੱਝੀ। ਆਂਢ ਗੁਆਂਢੀ ਦੇਖਣ ਕਿ ਬਹੁਤ ਸੁਥਰੀ ਬੱਝੀ ਹੈਗੀ ਹੈ। ਜਦੋਂ ਨਾਮਦੇਵ ਜੀ ਆਇਆ ਤੇ ਨਾਮਦੇਵ ਨੂੰ ਪੁੱਛਿਆ ਗੁਆਂਢੀਆਂ ਨੇ, ਨਾਮਦੇਵ ਇਹ ਵਾਂਦੇ ਕਿੱਥੋਂ ਲਿਆਂਦੇ ਆ ਤੂੰ? ਇਹ ਬਹੁਤ ਅੱਛੀ ਚੀਜ਼ ਬਣਾਉਂਦੇ ਆ ਤੇ ਸਾਨੂੰ ਵੀ ਦੱਸ, ਅਸੀਂ ਵੀ ਇਹਦੇ ਪਾਸੋਂ ਬਣਵਾਈਏ। ਤੇ ਕੀ ਲੈਂਦੇ ਆ ਮਜ਼ਦੂਰੀ? ਤੇ ਨਾਮਦੇਵ ਨੇ ਸੋਚਿਆ ਕਿ ਮੈਂ ਮਜ਼ਦੂਰੀ ਕੀ ਦੱਸਾਂ ਤੁਹਾਨੂੰ। ਕਹਿੰਦੇ ਉਹ ਮਜ਼ਦੂਰੀ ਨਹੀਂ ਲੈਂਦੇ। ਕੀ ਲੈਂਦੇ ਆ? ਕਹਿੰਦੇ ਉਹ ਪਿਆਰ ਦੀ ਮਜ਼ਦੂਰੀ ਲੈਂਦੇ ਆ। ਉਹ ਪੈਸੇ ਨਹੀਂ ਲੈਂਦੇ, ਪਿਆਰ ਦੀ ਮਜ਼ਦੂਰੀ ਲੈਂਦੇ ਆ ਉਹ। ਸੋ ਬਾਣੀ 'ਚ ਵੀ ਦੱਸਿਆ ਹੈ, ਸੀਨ ਸੁਣੋ ਲੋਕੋ ਕਿਸੇ ਆਸ਼ਿਕਾਂ ਦੇ, ਜਿਨ੍ਹਾਂ ਰੱਬ ਦੇ ਨਾਂ 'ਤੇ ਜਾਨ ਵਾਰੀ। ਰੱਬ ਜਦ ਕਦ ਉਹਨਾਂ ਨੂੰ ਬਖਸ਼ਦਾ ਏ, ਸੁੱਖ ਦੇ ਕੇ ਦੁੱਖ ਦੇ ਕੇ ਸੁੱਖ ਦੀ ਕਰੇ ਕਾਰੀ। ਪਰ ਕਦਰ ਯਾਰ ਜੇ ਉਸ ਦੇ ਹੋ ਰਹੀ ਏ, ਸ਼ਰਮ ਪੈਂਦੀ ਉਸ ਨੂੰ ਬੜੀ ਭਾਰੀ। ਉਸ ਪਰਮਾਤਮਾ ਨੂੰ ਸਾਡੀ ਸ਼ਰਮ ਹੈ। ਅਗਰ ਅਸੀਂ ਉਸ ਦੇ ਉੱਤੇ ਬਿਲਕੁਲ ਤੁਲ ਜਾਂਦੇ ਹਾਂ, ਉਹਦੇ ਉੱਤੇ ਅਸੀਂ ਸੁੱਟ ਦਿੰਦੇ ਹਾਂ ਸਭ ਕੁਝ, ਉਹ ਸਾਡਾ ਜ਼ਿੰਮੇਵਾਰ ਬਣੇਗਾ। ਔਰ ਪਿੱਛੇ ਤੁਸੀਂ ਦੇਖੋ ਜਿੰਨੇ ਵੀ ਸੰਤ ਮਹਾਂਪੁਰਖ ਹੋਏ ਹੈ, ਕਿਆ ਉਹਨਾਂ ਦੇ ਜ਼ਿੰਮੇਵਾਰ ਨਹੀਂ ਬਣੇ? ਕਬੀਰ ਸਾਹਿਬ ਨੂੰ ਸ਼ਰ੍ਹਾ ਵਾਲਿਆਂ ਨੇ ਇੱਕ ਨੇ ਜ਼ੁਲਮ ਲਾ ਕੇ ਹੱਥਾਂ ਪੈਰਾਂ ਨੂੰ ਜੰਜੀਰ ਪਾ ਕੇ ਤੇ ਗੰਗਾ ਵਿੱਚ ਸੁੱਟ ਦਿੱਤਾ ਹੈ। ਉਹ ਕਿੰਨ ਜੰਜੀਰ ਤੋੜੇ? ਉਸ ਪਰਮਾਤਮਾ ਨੇ। ਜਿੱਥੇ ਬੰਦਾ ਇੱਦਾਂ ਵੀ ਡੁੱਬ ਕੇ ਮਰ ਜਾਂਦਾ ਹੈ ਤੇ ਜੰਜੀਰ ਲਾਏ ਹੋਣ, ਹੱਥਾਂ ਪੈਰਾਂ ਨੂੰ ਬੱਧਾ ਹੋਏ, ਤੇ ਕਿਸ ਤਰ੍ਹਾਂ ਬਚ ਸਕਦਾ ਹੈ? ਗੰਗਾ ਨੇ ਛਲ ਮਾਰਿਆ, ਬਾਹਰ ਕੱਢ ਦਿੱਤਾ, ਔਰ ਸਾਰੇ ਜੰਜੀਰ ਜਿਹੜੇ ਟੁੱਟ ਗਏ। ਉਹ ਪਰਮਾਤਮਾ ਜਿਹੜਾ ਹੈ ਉਹ ਮਦਦ ਕਰਦਾ ਹੈ। ਉਹਨੂੰ ਪਤਾ ਉਹਨੂੰ ਸਾਡੀ ਸ਼ਰਮਾ ਹੈ। ਜੇ ਅਸੀਂ ਉਹਦੇ 'ਤੇ ਸੁੱਟ ਦਈਏ ਫਿਰ ਉਹ ਸਾਡੀ ਸ਼ਰਮਾ ਕਰੇਗਾ। ਜੇ ਅਸੀਂ ਆਪਣੇ ਆਪ ਹੀ ਖੜ੍ਹੇ ਹੋਏ ਹਾਂ, ਅਸੀਂ ਉਹਦੇ 'ਤੇ ਨਹੀਂ ਸੁੱਟਦੇ, ਫਿਰ ਸਾਡੀ ਮਦਦ ਕਰੇ ਜਾਂ ਨਾ ਕਰੇ, ਇਹ ਉਹਦੀ ਮਰਜ਼ੀ ਹੈ। ਹਾਂਜੀ। ਜਿਨ ਗੁਰ ਪਾਇਆ ਸ਼ਬਦ ਕਹਾ, ਔਰ ਪ੍ਰੀਤ ਕਰੀ ਜਿਨ ਸ਼ਬਦ ਕੀ। ਜਿਨ ਦੱਸਿਆ, ਜਿਨ ਲਫ਼ਜ਼ ਜਿਹੜਾ ਇਹ ਮੁਸ਼ਤਰਕ ਹੈ। ਜਿਨ ਗੁਰ ਪਾਇਆ ਸ਼ਬਦ ਕਾ, ਔਰ ਪ੍ਰੀਤ ਕਰੀ ਜਿਨ ਸ਼ਬਦ ਕੀ। ਜਿਹਨੂੰ ਮੁਰਸ਼ਿਦ ਮਿਲ ਗਿਆ ਸ਼ਬਦ ਰੂਪੀ, ਔਰ ਸ਼ਬਦ ਮੁਰਸ਼ਿਦ ਪਾਸੋਂ ਸ਼ਬਦ ਲੈ ਲਿਆ, ਜਿਸ ਨਾਲ ਉਸ ਸ਼ਬਦ ਦੀ ਪਿਆਰ ਪ੍ਰੀਤੀ ਕੀਤੀ, ਮਿਹਨਤ ਕੀਤੀ, ਭਾਈ ਉਸ ਨੂੰ ਪਤਾ ਹੈ ਕਿ ਸ਼ਬਦ ਤਾਕਤ ਕੀ ਹੈਗੀ ਹੈ। ਹਾਂਜੀ। ਵੱਡ ਭਾਗੀ ਵੇ ਜੀਵ ਹੈ, ਜੋ ਕਰੇ ਕਮਾਈ ਸ਼ਬਦ ਕੀ। ਗੁਰੂ ਸਾਹਿਬ ਜੀ ਉਸ ਦੇ ਬੜੇ ਉੱਚੇ ਭਾਗ ਗਿਣਦੇ ਹੈ, ਕਿਉਂਕਿ ਭਾਗਾਂ ਵਾਸਤੇ ਅਸੀਂ ਦੁਨੀਆ ਦੇ ਬਹੁਤ ਸਾਰੇ ਕੰਮ ਕਰਦੇ ਹਾਂ, ਲੇਕਿਨ ਇਹ ਭਾਗ ਸਾਡੇ ਕੈਂਸਲ ਵੀ ਹੋ ਸਕਦੇ ਹੈ। ਕੋਈ ਬਿਜ਼ਨਸ ਕਰਦਾ ਹੈ,
कोई दुकान करता, कोई नौकरी करता है, सिर्फ अपने भाग बनाने वास्ते। गुरु साहब जी किहदे भाग दस रहे है? बड़ भागी वो जीव है जो करे कमाई शब्द की। जो लफ्ज़ भी मुश्तरका है, पता नहीं कौन है तो कौन हो सकता है जिहड़ा शब्द की कमाई करेगा, वो बहुत भागां वाला जीव बन जाएगा। ਉਹਦੇ बड़े उच्चे भाग हो जाएंगे। भाग सानू बनाना पैंदे है। असी भागां वाला काम करांगे साडे भाग बन जाणगे, जे असी गलत काम करांगे साडे भाग कैंसल हो जाणगे। लेकिन भाग किहदे गुरु साहब जी दे दस रहे है कि जो शब्द की कमाई करेगा, कोई होवे, इस्त्री होवे, पुरुष होवे, गरीब होवे, अमीर होवे, शब्द की कमाई करता होवे। हाँ जी। बड़ भागी वे जीव है जो करे कमाई शब्द की। शब्द की कमाई जिन्हें कीती है, जिन्हें दे दरबार च तुसी बैठे हो, बाबा जी ने 40 साल दिन रात 40 साल दिन रात उन्हें कमाई की शब्द की, और जिन्हों की 3 दिन ते 3 रातां समाधि लगी रही। अज उन्होंने भाग असी गिणीए, अज उन्होंने भागों का कोई पता ही नहीं लगता किन्ने भाग बन गए। मुल्कां दे विच उन्हां दी संगत बन गई है। इंडिया विच भी उन्हां दा बेहिसाब भाग जिहड़े खिल रहे है, कोई अंदाज़ा ही नहीं लाया जाता। भाई जिहड़ा शब्द की कमाई करता है, उहदे भागां दा भी अंदाज़ा नहीं लाया जाता। हाँ जी। बिना शब्द मन बस नहीं, तुम सुरत करो अब शब्द की। गुरु साहब जी बड़े प्यार दे नाल फरमा रहे हैं कि बगैर शब्द दे तुसी कहो कि साडा मन बस आ जाए, तो ये गलती है। कोई बस नहीं कर सकता। मन बड़ी वड्डी ताकत है, ये ब्रह्म दी अंश है, ये छोटी जी ताकत नहीं हैगी। बड़े बड़े मन ने फेल कर दिते है। कल भी दसिया सी कि पराशर ऋषि जड़ा अपने योग अभ्यास करके पूरे मुकम्मल होकर घर जा रहे सी, लेकिन दरिया लंघदा ही मारिया गया, मन दे काबू आ गया। इसी तरह होर जिहड़े भी ऋषि मुनि और जो भी साधु सन, कईयां नूं इदां फेल कर दिता मन ने। जद तक वो शब्द जिहड़ा साडे अंदर लज्जत आ रही है, वो शब्द साडे अंदर आ रहा है, जद तक उहदे नाल साडी मिलावट नहीं हुंदी, इन्ने चिर इस मन का वसा नहीं। मन का वसा कोई नहीं। किसी साधु नूं पुछया किसी ने कि बाबा जी रैन कैसे व्याई, कहंदा जो व्याई सो बावा, रहिंदी नूं लख लानत, रहिंदी नूं लख लानत, पता नहीं की होना तो की नहीं होना, जो बीत गया पिछे बीत गया चंगा। इस वास्ते इस मन का कोई वसा नहीं कि इसने कल नूं की कर देना है, साडा प्यार रहना या नहीं रहना, इसने संगत विच भी रहना या नहीं रहना, या इसने घर विच भी रहना या नहीं रहना। इस मन का कोई वसा नहीं। पर गुरु साहब जी फरमाउंदे है, अगर शब्द नाल प्यार हो जाएगा, फिर ये बहुत उच्चे भाग बन जाएंगे, फिर ये किते नहीं जा सकता। ये मन पिंगल पिया पी हरी नाम पारा। इसनूं पारे की तरह अंदर जिहड़ा शब्द है, जब शब्द प्रगट हो जाए, पारे की तरह इसनूं लग जाएगा, इहदा नसना भजना जिहड़ा मुक जाएगा, इहदा नसना भजना मुक जाएगा, किते नहीं नस सकता है। पर जब उस शब्द नाल मिलाप करेगा, पारा किसी बंदे नूं दे दिओ, वो बंदा हथ पैर उहदे जुड़ जाते हैं। इस तरह गुरु साहब जी फरमाउंदे है, ये मन पिंगल पिया पी हरी नाम पारा। जदों अंदर नाम आया, अंदर वो ताकत आई, जब इसने उस ताकत को सुनिया, ये बिल्कुल
ਇਹ ਨਸਲੋਂ ਭਜਣਾ ਇਹਦਾ ਮੁੱਕ ਜਾਂਦਾ ਹੈਗਾ। ਹਾਂਜੀ। बिना शब्द मन बस नहीं, तुम सुरत करो अब शब्द की। ਗੁਰੂ ਸਾਹਿਬ ਜੀ ਸਾਰਿਆਂ ਨੂੰ ਕਹਿ ਰਹੇ ਆ, ਭਾਈ ਜੇ ਮਨ ਬਸ ਨਹੀਂ ਆਉਣਾ ਤੇ ਤੁਸੀਂ ਕਿਉਂ ਨਹੀਂ ਸੁਰਤ, ਕਿਉਂ ਨਹੀਂ ਉਸ ਪਾਸੇ ਆਪਣੇ ਖਿਆਲ ਨੂੰ ਲੈਂਦੇ, ਕਿਉਂ ਨਹੀਂ ਤੁਸੀਂ ਸ਼ਬਦ ਦੀ ਕਮਾਈ ਕਰਦੇ। ਇਹਦਾ ਇਲਾਜ ਇੱਕੋ ਹੀ ਹੈ ਕਿ ਸ਼ਬਦ ਦੀ ਕਮਾਈ ਕਰੋ, ਇਹ ਮਨ ਫਿਰ ਬਸ ਆ ਜਾਏਗਾ। ਔਰ ਕਿਸੇ ਤਰੀਕੇ ਨਾਲ ਮਨ ਬਸ ਨਹੀਂ ਆ ਸਕਦਾ। ਤੁਸੀਂ ਤੀਰਥਾਂ 'ਤੇ ਚਲੇ ਜਾਓ, ਜੰਗਲਾਂ 'ਤੇ ਚਲੇ ਜਾਓ, ਪਹਾੜਾਂ 'ਤੇ ਚਲੇ ਜਾਓ, ਹੋਰ ਤੁਸੀਂ ਕੰਮ ਜੋ ਮਰਜ਼ੀ ਕਰੋ, ਲੇਕਿਨ ਇਹ ਕਦੇ ਬਸ ਨਹੀਂ ਆਏਗਾ। ਅਗਰ ਬਸ ਆਏਗਾ ਤਾਂ ਸ਼ਬਦ ਦੀ ਕਮਾਈ ਨਾਲ। ਹਾਂਜੀ। वे क्यों आए इस जगत में, जिन मिली ना पूंजी शब्द की। स्वामी जी महाराज बड़े प्यार दे नाल फरमा रहे ने, भाई ਉਹਦਾ जगत ते आउणा की फायदा है जिन्हों शब्द की पूंजी नहीं मिली, ਜਿਹੜਾ शब्द की कमाई नहीं करता, जिन्हों शब्द मिलिया ही नहीं, वो जैसा जगत ते आया जैसा नहीं आया। जैसे पशु आए, परिंदे आए और जीव आए, खा पी के तुर गए, इसी तरह वो भी तुर गया। हाँ जी। वे क्यों आए इस जगत में, जिन मिली ना पूंजी शब्द की। तुन घट में हर दम हो रही, क्यों सुने ना बानी शब्द की। गुरु साहब जी बड़े प्यार दे नाल फरमा रहे हैं कि तेरे अंदर तुन आ रही है, तेरे अंदर वो शब्द आ रहा, तू क्यों नहीं सुनता। तो गुरु नानक देव जी महाराज भी बाणी च फरमाउंदे है, माया धारी अन्ना बोला, शब्द ना सुने बहु रौल घचौला। ये दुनिया के रौल घचौले च फसिया हैगा, वो शब्द सुनता नहीं। ये अंदर शब्द आ रहा है, ये अंदर लखां रोशनियां ने, लखां नगमे आ रहे ने, लेकिन उस पासे ध्यान नहीं देंदा है। हाँ जी। तुन घट में हर दम हो रही, क्यों सुने ना बानी शब्द की। तू बैठ अकेला ध्यान तार, तो मिले निशानी शब्द की। गुरु साहब जी फरमा रहे हैं कि ये महफलों का काम नहीं, पार्टियां का काम नहीं, ये किसी जथेबंदी का काम नहीं। भाई तू कला बैठ, कला बैठ के फिर उधर ध्यान दे, तेरे अंदर शब्द आ रहा है। एक फकीर ने अपने सिख नूं समझाया, सिख नूं समझाया जिन्हों प्यार सी जिहदे अंदर, आम नहीं, जिहदे अंदर वो मालक दा प्यार सी। उन्होंने समझाया, चोरी चोरी आमी कोई देखे ना, रात अंधेरी विच आमी कोई देखे ना, नहीं तो सूली ते चढ़ना पै जाओ कोई देखे ना। जदों तेरे अंदर प्यार आवे, गोशे बह कर रोली कोई देखे ना, गोशे बह कर रोलें कोई देखे ना, नहीं तो खलड़ी लुआना पै जाओ कोई देखे ना। अपने सिख नूं समझाया कि ऐस दुनिया तू बची, कोई देखे ना तैनों। अगर तैनों रोना भी आउंदा है, तेरे अंदर वो वराग आउंदा है, तू एक गुठे बह के किते ना, गोशे बह के, गोशे कहते किसी गोठे गठ च बह के ओले होके रो लै, ओले होके रो लै, कोई देखे ना। अगर कोई देखेगा तेरी कमाई नूं लुट लाएगा।
ਖਰੜੀ ਲੁਹਾਣਾ ਪੈ ਜਾਓ, ਕੋਈ ਦੇਖੇ ਨਾ ਸ਼ਮਤ ਰਹੀ ਦੀ ਖਲ ਲਵਾਈ। ਮਨਸੂਰ ਨੂੰ ਸੂਲੀ ਚਾੜਿਆ, ਉਸ ਆਪਣੇ ਸਿੱਖ ਨੂੰ ਸਮਝਾਇਆ ਕਿ ਦੇਖੀ ਕਿਤੇ ਇਸ ਦੁਨੀਆ ਦੇ ਕਬਜ਼ੇ ਨਾ ਆ ਜਾਈ, ਕਿਤੇ ਇਹਨਾਂ ਬੜਿਆਂ ਬੜਿਆਂ ਨੂੰ ਫੇਲ ਕਰ ਦਿੱਤਾ, ਬੜਿਆਂ ਬੜਿਆਂ ਦੀਆਂ ਖੱਲਾਂ ਲੁਹਾ ਦਿੱਤੀਆਂ, ਸੂਲੀ 'ਤੇ ਚਾੜ ਦਿੱਤੇ। ਹਾਂਜੀ। ਤੂੰ ਬੈਠ ਅਕੇਲਾ ਧਿਆਨ ਧਰ, ਤੋ ਮਿਲੇ ਨਿਸ਼ਾਨੀ ਸ਼ਬਦ ਕੀ। ਤਜ ਆਲਸ ਨਿੰਦਰਾ ਕਾਲੀ, ਤੂੰ ਲਗਨ ਲਗਾ ਲੈ ਸ਼ਬਦ ਕੀ। ਇਹ ਸਾਡੇ ਅੰਦਰ ਬਹੁਤ ਵੱਡੀਆਂ ਬਿਮਾਰੀਆਂ ਨੇ। ਆਲਸ ਵੀ ਸਾਡੇ ਅੰਦਰ ਬਿਮਾਰੀ ਹੈ, ਕਾਲੀ ਵੀ ਬਿਮਾਰੀ ਹੈ। ਜਦੋਂ ਸਾਨੂੰ ਆਲਸ ਆਉਂਦਾ ਹੈ, ਇਹਦੇ ਬਾਅਦ ਫਿਰ ਨੀਂਦ ਆ ਜਾਂਦੀ ਹੈ, ਨੀਂਦ ਦੇ ਬਾਅਦ ਫਿਰ ਦਿਨ ਚੜ੍ਹ ਜਾਂਦਾ, ਫਿਰ ਸਾਨੂੰ ਦੁਨੀਆ ਦੇ ਜੋ ਕੰਮ ਨੇ ਉਹਨਾਂ ਦੀ ਕਾਲੀ ਪੈ ਜਾਂਦੀ ਹੈ। ਗੁਰੂ ਸਾਹਿਬ ਜੀ ਫਰਮਾਉਂਦੇ ਕਿ ਤਜ ਦੇ ਆਲਸ ਔਰ ਨਿੰਦਰਾ ਵੀ ਤੇ ਕਾਲੀ ਵੀ ਤਜ ਦੇ, ਤੂੰ ਲਗਨ ਲਗਾ ਲੈ ਸ਼ਬਦ ਕੀ। ਸ਼ਬਦ ਦੇ ਨਾਲ ਤੂੰ ਪਿਆਰ ਕਰ ਲੈ, ਉਸ ਸ਼ਬਦ ਨੂੰ ਸੁਣਨ ਦੀ ਕੋਸ਼ਿਸ਼ ਕਰ, ਉਹ ਤੇਰੇ ਅੰਦਰ ਆ ਰਿਹਾ ਹੈ। ਹਾਂਜੀ। ਤਜ ਆਲਸ ਨਿੰਦਰਾ ਕਾਲੀ, ਤੂੰ ਲਗਨ ਲਗਾ ਲੈ ਸ਼ਬਦ ਕੀ। पांच शब्द काट में बजे, ये निर्णय कर ले शब्द की। गुरु साहब जी सानू बड़े तरीके नाल समझा रहे हैं, क्योंकि सानू कोई समझ नहीं। ऐ पुरुष तेरे अंदर 5 शब्द वज रहे हैं, तू निर्णय कर ले शब्द की। ਹੁਣ ਇੱਥੇ ਸਾਨੂੰ ਕਈ ਬੰਦਿਆਂ ਨੂੰ ਇਹ ਵੀ ਟਪਲਾ ਲੱਗ ਜਾਂਦਾ ਕਿ ਅਸੀਂ ਨਿਰਣਾ ਕੀ ਕਰਨਾ ਹੈ। ਭਾਈ ਤੱਤਾਂ ਦੀਆਂ ਆਵਾਜ਼ਾਂ ਜਿਹੜੀਆਂ ਨੇ ਹਜ਼ਾਰਾਂ ਸਾਡੇ ਅੰਦਰ ਆ ਰਹੀਆਂ ਨੇ, ਹਜ਼ਾਰਾਂ ਤੱਤਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਜਿਹੜੀਆਂ ਫਜ਼ੂਲ ਨੇ। ਉਹਦੇ ਵਿੱਚ ਸਾਡੀਆਂ 5 ਆਵਾਜ਼ਾਂ ਜਿਹੜੀਆਂ ਗੁਰੂ ਸਾਹਿਬ ਜੀ 5 ਸ਼ਬਦ ਦੱਸ ਰਹੇ ਹੈ, ਉਹਦੇ ਵਿੱਚ ਉਹ ਵੀ ਨੇ। ਅਸੀਂ ਉਹ ਨਿਰਣੇ ਕਰਕੇ ਜੋ ਮੁਰਸ਼ਿਦ ਸਾਨੂੰ ਦੱਸਦਾ ਹੈ ਤੂੰ ਇਸ ਆਵਾਜ਼ ਨੂੰ ਫੜ ਲੈ, ਉਹ ਆਵਾਜ਼ ਅਸੀਂ ਫੜਨੀ। ਜਿਸ ਤਰ੍ਹਾਂ ਫੜ ਕੇ ਤੁਸੀਂ ਕਿਸੇ ਮੇਲੇ ਵਿੱਚ ਗਏ ਹੋ, ਜਦ ਤੱਕ ਤੁਹਾਨੂੰ ਆਪਣਾ ਬੰਦਾ ਕੋਈ ਨਹੀਂ ਨਜ਼ਰ ਆਉਂਦਾ, ਤੁਸੀਂ ਮਾਰੇ ਮਾਰੇ ਤੁਰ ਫਿਰਦੇ ਹੋ। ਤੁਹਾਨੂੰ ਕਿਸੇ ਮਜ਼ੇ ਦਾ ਖਾਣ ਦਾ ਮਜ਼ਾ ਨਹੀਂ ਆਏਗਾ, ਕੋਈ ਉੱਥੇ ਫਿਰਨ ਦਾ ਮਜ਼ਾ ਨਹੀਂ ਆਏਗਾ। ਜਦੋਂ ਤੁਹਾਡਾ ਰਿਸ਼ਤੇਦਾਰ ਕੋਈ ਸੱਜਣ ਮਿਲ ਜਾਂਦਾ ਹੈ, ਤੁਸੀਂ ਬੈਠ ਕੇ ਉਹਦੇ ਨਾਲ ਗੱਲਾਂ ਕਰਦੇ ਹੋ, ਖਾਂਦੇ ਪੀਂਦੇ ਵੀ ਹੋ, ਸਭ ਕੁਝ ਕਰਦੇ ਹੋ। ਜਦ ਤੱਕ ਤੁਹਾਨੂੰ ਉਹ ਨਹੀਂ ਮਿਲਦਾ, ਇੰਨੇ ਚਿਰ ਤੁਸੀਂ ਇਸੇ ਤਰ੍ਹਾਂ ਹੀ ਫਿਰਦੇ ਜਿੱਦਾਂ ਵਪਾਰੀ ਮਾਲ ਫਿਰਦਾ ਹੈਗਾ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਫਰਮਾ ਰਹੇ ਕਿ ਭਾਈ ਉਹ ਸ਼ਬਦ ਸਾਡੇ ਅੰਦਰ ਆ ਰਹੇ ਨੇ, ਅਸੀਂ ਇਕੱਲਿਆਂ ਬੈਠਣਾ, ਇਕੱਲਿਆਂ ਬੈਠ ਕੇ ਅੰਦਰ ਧਿਆਨ ਦੇਣਾ, ਔਰ ਕੋਈ ਨਾ ਕੋਈ ਨਿਸ਼ਾਨੀ ਸਾਨੂੰ ਜ਼ਰੂਰ ਮਿਲੇਗੀ। ਔਰ ਰੋਜ਼ ਰੋਜ਼ ਬੈਠੀਏ, ਰੋਜ਼ ਬੈਠੀਏ, ਰੋਜ਼ ਬੈਠੀਏ। ਉਹ ਜ਼ਰੂਰ ਜਿਹੜੇ ਮੁਰਸ਼ਿਦ ਸ਼ਬਦ ਦੱਸਦਾ ਹੈ, ਅਸੀਂ ਉਹਨਾਂ ਦੇ ਵਿੱਚੋਂ ਹਜ਼ਾਰਾਂ ਜਿਹੜੀਆਂ ਦੂਸਰੀਆਂ ਆਵਾਜ਼ਾਂ ਆਉਣੀਆਂ, ਉਹਨਾਂ ਵੱਲ ਅਸੀਂ ਧਿਆਨ ਨਹੀਂ ਦੇਣਾ। ਅਸੀਂ ਦੇਖਣਾ ਸਾਡੀ ਆਵਾਜ਼ ਕਿਹੜੀ ਹੈ, ਸਾਨੂੰ ਮੁਰਸ਼ਿਦ ਨੇ ਕੀ ਦੱਸਿਆ ਹੈ, ਅਸੀਂ ਉਸ ਪਾਸੇ ਆਪਣੇ ਧਿਆਨ ਨੂੰ ਪੂਰੇ ਨੂੰ ਲੈ ਜਾਣਾ। ਹਾਂਜੀ। 5 शब्द काट में बजे, ये निर्णय कर ले शब्द की। गुर ज्ञान बताया शब्द का, तू हो जा ਧਿਆਨੀ ਸ਼ਬਦ ਕੀ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਸਤਿਗੁਰ ਨੇ ਤੈਨੂੰ ਗਿਆਨ ਦੱਸਿਆ, ਤੈਨੂੰ ਨਿਸ਼ਾਨੀਆਂ ਦੱਸੀਆਂ ਨੇ, ਤੈਨੂੰ ਉਹ ਸ਼ਬਦ ਦੀ ਆਵਾਜ਼ ਵੀ ਦੱਸੀ ਹੈ, ਤੂੰ ਉਸ ਪਾਸੇ ਧਿਆਨ ਆਪਣਾ ਲੈ ਜਾ। ਔਰ ਜਿਹੜੀ ਮੁਰਸ਼ਿਦ ਨੇ ਤੈਨੂੰ ਦੱਸੀ ਹੈ ਨਿਸ਼ਾਨੀ, ਉਸ ਨਿਸ਼ਾਨੇ 'ਤੇ ਜਾ,
ਉਹ ਨਿਸ਼ਾਨੀ ਆਪਣੇ ਅੰਦਰ ਤੇਰੇ ਅੰਦਰ ਆ ਰਹੀ ਹੈ, 24 ਘੰਟੇ ਆ ਰਹੀ ਹੈ, ਤੂੰ ਉਸ ਪਾਸੇ ਨੂੰ ਧਿਆਨ ਕਰ ਆਪਣਾ। ਹਾਂਜੀ। गुर ज्ञान बताया शब्द का, तू हो जा ध्यानी शब्द की। मैं शब्द शब्द बहुत तक कहा, कोई ना माने शब्द की। स्वामी जी महाराज बड़े अफसोस नाल कह रहे हैं, जिस तरह कोई बुजुर्ग अपने बाल बच्चे नूं कहंदा है, कोई सिक्ख्या दिंदा है, अगर कोई नहीं मनदा फिर वो बड़े अफसोस नाल कहंदा, भाई मैं तो तुहानूं तुहाडे वास्ते ही कहना, मेरा तो समा हो चुका हैगा, तुसीं मनदे नहीं, तुहाडी मर्जी है। हुण गुरु साहब जी फरमा रहे ने कि असी बहुत तक किया, एक बार नहीं किया, बहुत तक किया कि शब्द की कमाई करो, शब्द नाल प्यार करो, शब्द नूं अपने अंदर प्रगट कर लो, लेकिन कोई मनदा ही नहीं, कोई मनदा ही नहीं, कोई आखे नहीं लगता। बड़े बसोस दे नाल गुरु साहब जी फरमा रहे हैं। हाँ जी। मैं शब्द शब्द बहुत तक कहा, कोई ना माने शब्द की। जन्म अकारथ खो दिया, जो चढ़े ना काटी शब्द की। गुरु साहब जी बड़े प्यार दे नाल फरमा रहे हैं, भाई ओदा जन्म एवें ही चला गया, जिन्हों शब्द का कोई राह नहीं मिलिया, वो शब्द की कमाई नहीं की, वो जैसा दुनिया ते आया वैसा नहीं आया। जिस तरह दुनिया दे विच दूसरे जीव चला गए, खा पी के चला गए, इसे तरह असी भी चले गए। की फर्क पिया? जिन्हें शब्द की कमाई की नहीं, शब्द वाल देखा नहीं, उसकी ताकत नहीं देखी, उसका स्वाद नहीं लिया, वो दुनिया ते जैसा आया जैसा नहीं आया। हाँ जी। जन्म अकारथ खो दिया, जो चढ़े ना काटी शब्द की। राधा स्वामी कह कह चुप हुए, बिन पाग ना तारा शब्द की। स्वामी जी महाराज बड़े प्यार दे नाल फरमा रहे हैं कि असी कह कह के चुप हो गए। भाग कित्थों लै जीव? बिना भागां दे वो ताकत नहीं मिलती। सो भाग सानू बने बनाए नहीं किते मिलने, भाग सानू बनाना पैने। जिस तरह असी कोई काम करते हैं ਉਹਦੇ ਵਿੱਚੋਂ ਸਾਨੂੰ ਫਾਇਦਾ ਹੁੰਦਾ, अगर काम नहीं करते सानू कोई फायदा नहीं होता। इसे तरह भाग असी बनाना है, जो मुर्शद दसे वो असी मेहनत करिए। रोज़ रोज़ सुबह शाम शामी उठी के 2 घंटे शाम वेले 2 घंटे सुबह उठ के अपने मूँह हथ धो के ये मन का जोड़ा आलसपुना है, इनू आलस ना करिए, असी सुचेत हो जाइए, अपना टाइम दईए, 2 टाइम दईए, फिर हो सकता है कि सानू कोई रिहाई हो जाए तो हो जाए। हाँ जी। राधा स्वामी कह कह चुप हुए, बिन पाग ना तारा शब्द की। स्वामी जी महाराज कह कह के चुप हो गए कि बगैर भागां दे भाई की करे बंदा। तो भाग सानू बनाना पैने। जिस तरह हुण असीं बैठे हैं, साडे भाग बन गए। इस वक्त जिहड़े साडे चित्रगुप्त ने अंदर दूजे दोनों पासियां ते बैठे है, वो की लिखणगे? जो साडे दिल विच हैगा, जिस जगह ते असीं बैठे हैं, उहो ही लिखणगे, होर कुछ नहीं लिख सकते।
ਇਸ ਟਾਈਮ ਦਾ ਮੁਆਵਜ਼ਾ ਸਾਨੂੰ ਉਸ ਪ੍ਰਮਾਤਮਾ ਨੂੰ ਦੇਣਾ ਹੀ ਪਏਗਾ। ਸਾਨੂੰ ਮੁਆਵਜ਼ਾ ਦੇਣਾ ਪਏਗਾ। ਇਸ ਟਾਈਮ ਦੀ ਮਜ਼ਦੂਰੀ ਜਿਹੜੀ ਸਾਡੀ ਉਹ ਸਾਨੂੰ ਦੇਣਾ ਪਏਗੀ, ਪ੍ਰਮਾਤਮਾ ਨੂੰ ਦੇਣਾ ਪਏਗੀ। ਇਹ ਕਦੇ ਨਹੀਂ ਕੈਂਸਲ ਹੋ ਸਕਦੀ। ਅਗਰ ਸਾਡੇ ਮਾੜੇ ਕਰਮ ਕੈਂਸਲ ਨਹੀਂ ਹੋ ਸਕਦੇ ਤਾਂ ਚੰਗੇ ਵੀ ਨਹੀਂ ਹੋ ਸਕਦੇ। ਚੰਗੇ ਵੀ ਸਾਡੇ ਕੈਂਸਲ ਨਹੀਂ ਹੋ ਸਕਦੇ। ਉਹਨਾਂ ਦਾ ਸਾਨੂੰ ਦੇਣਾ ਹੀ ਪੈਣਾ ਪ੍ਰਮਾਤਮਾ ਨੂੰ ਕੁਛ ਨਾ ਕੁਛ। ਹਾਂਜੀ। राधा स्वामी कह के चुप हुए, बिन भाग ना तारा शब्द की।